ਸਾਰੇ ਵਿਦਿਆਰਥੀਆਂ ਨੂੰ ਪੰਜਾਬੀ ਅਧਿਆਪਕ ਪਵਨਦੀਪ ਸ਼ਰਮਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬੇਟਾ, ਜੇਕਰ ਪੰਜਾਬੀ ਸਾਹਿਤ ਦੇ ਵਿੱਚ ਕਵਿਤਾ ਦੀ ਗੱਲ ਕਰੀਏ ਤਾਂ ਪੰਜਾਬੀ ਕਵਿਤਾ ਨੂੰ 5 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲਾਂ ਸੂਫੀ ਕਾਵਿ। ਸੂਫੀ ਕਾਵਿ ਦੇ ਮੋਢੀ ਕਵੀ ਬਾਬਾ ਸ਼ੇਖ ਫਰੀਦ ਜੀ। ਉਸ ਤੋਂ ਬਾਅਦ ਕਿੱਸਾ ਕਾਵਿ। ਕਿੱਸਾ ਕਾਵਿ ਦੇ ਮੋਢੀ ਕਵੀ ਦਮੋਦਰ ਜੀ। ਉਸ ਤੋਂ ਬਾਅਦ ਗੁਰਮਤਿ ਕਾਵਿ। ਗੁਰਮਤਿ ਕਾਵਿ ਦੇ ਮੋਢੀ ਕਵੀ ਸ਼੍ਰੀ ਗੁਰੂ ਨਾਨਕ ਦੇਵ ਜੀ। ਉਸ ਤੋਂ ਬਾਅਦ ਵੀਰ ਕਾਵਿ। ਵੀਰ ਕਾਵਿ ਦੇ ਵਿੱਚ ਵਾਰਾਂ ਲਿਖੀਆਂ ਜਾਂਦੀਆਂ ਨੇ, ਜਿਵੇਂ ਚੰਡੀ ਦੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ। ਸ਼ਾਹ ਮੁਹੰਮਦ ਜਿਹਨੇ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਲਿਖਿਆ। ਉਸ ਤੋਂ ਬਾਅਦ ਪੰਜਵਾਂ ਕਾਵਿ ਜਿਹੜਾ ਹੈ ਉਹ ਹੈ ਆਧੁਨਿਕ ਕਾਵਿ। ਆਧੁਨਿਕ ਕਾਵਿ ਦੇ ਪਿਤਾ ਜਾਂ ਆਧੁਨਿਕ ਕਾਵਿ ਦੇ ਮੋਢੀ ਕਵੀ ਜਿਹੜੇ ਨੇ ਉਹਨੇ ਭਾਈ ਵੀਰ ਸਿੰਘ ਜੀ। ਔਰ ਤੁਹਾਡੇ ਪਾਠਕ੍ਰਮ ਦੇ ਵਿੱਚ ਭਾਈ ਵੀਰ ਸਿੰਘ ਜੀ ਦੀ ਬੜੀ ਵਧੀਆ ਕਵਿਤਾ ਜਿਹੜੀ ਹੈ ਟੁਕੜੀ ਜਗ ਤੋਂ ਨਿਆਰੀ, ਅੱਜ ਅਸੀਂ ਉਸ ਦੀ ਪੜ੍ਹਾਈ ਕਰਾਂਗੇ। ਤੇ ਸਭ ਤੋਂ ਪਹਿਲਾਂ ਅਸੀਂ ਕਵੀ ਭਾਈ ਵੀਰ ਸਿੰਘ ਜੀ ਦੇ ਬਾਰੇ ਵੀ ਜਾਣਾਂਗੇ। ਭਾਈ ਵੀਰ ਸਿੰਘ, ਜਿਨ੍ਹਾਂ ਨੂੰ ਕਿ ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਅਤੇ ਪ੍ਰਕਿਰਤੀ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ। ਭਾਈ ਵੀਰ ਸਿੰਘ ਜੀ ਦਾ ਕਾਲ ਸੰਨ 1872 ਤੋਂ ਲੈ ਕੇ 1957 ਤੱਕ ਦਾ। ਭਾਈ ਵੀਰ ਸਿੰਘ ਜੀ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਮੰਨੇ ਜਾਂਦੇ ਨੇ। ਆਪ ਇੱਕ ਸਰਬਾਂਗੀ ਸਾਹਿਤਕਾਰ ਸਨ। ਆਪ ਦਾ ਜਨਮ ਅੰਮ੍ਰਿਤਸਰ ਵਿਖੇ ਡਾਕਟਰ ਚਰਨ ਸਿੰਘ ਜੀ ਦੇ ਘਰ ਹੋਇਆ। ਆਪ ਨੇ 10ਵੀਂ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਕਿਸੇ ਕਾਲਜ ਵਿੱਚ ਪੜ੍ਹਾਈ ਕਰਨ ਦੀ ਥਾਂ ਸਵੈ ਅਧਿਐਨ ਭਾਵ ਸੈਲਫ ਸਟੱਡੀ, ਸਵੈ ਅਧਿਐਨ ਰਾਹੀਂ ਹੀ ਭਾਰਤੀ ਅਤੇ ਵਿਦੇਸ਼ੀ ਸਾਹਿਤ ਪੜ੍ਹਿਆ। ਇਹਦੇ ਨਾਲ ਨਾਲ ਬੱਚਿਓ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸ਼੍ਰੀ ਹਰਿਮੰਦਰ ਸਾਹਿਬ ਭਾਵ ਦਰਬਾਰ ਸਾਹਿਬ ਸਵੇਰ ਦੇ ਸਮੇਂ ਜਦੋਂ ਜਿਹੜੇ ਫਲਾਵਰ ਜਾਂਦੇ ਨੇ, ਅਰਦਾਸ ਦੇ ਵੇਲੇ ਜਿਹੜੇ ਫੁੱਲ ਜਾਂਦੇ ਨੇ, ਉਹ ਭਾਈ ਵੀਰ ਸਿੰਘ ਜੀ ਦੇ ਬਗੀਚੇ ਤੋਂ ਜਾਂਦੇ ਨੇ। ਭਾਈ ਵੀਰ ਸਿੰਘ ਜੀ ਦਾ ਘਰ ਅੰਮ੍ਰਿਤਸਰ ਦੇ ਲਾਰੈਂਸ ਰੋਡ 'ਤੇ ਅੱਜ ਵੀ ਹੈ ਔਰ ਉੱਥੇ ਬਗੀਚਾ ਆ ਜਿਹਦੀ ਫੁਲਵਾੜੀ 'ਚੋਂ ਫੁੱਲ ਜਿਹੜੇ ਆ ਉਹ ਸ਼੍ਰੀ ਦਰਬਾਰ ਸਾਹਿਬ ਲੈ ਕੇ ਜਾਏ ਜਾਂਦੇ ਨੇ। ਅੱਜ ਅਸੀਂ ਇਹਨਾਂ ਦੀ ਕਵਿਤਾ ਟੁਕੜੀ ਜਗ ਤੋਂ ਨਿਆਰੀ ਦੀ ਪੜ੍ਹਾਈ ਕਰਾਂਗੇ। ਸੋ ਮੈਂ ਕਵਿਤਾ ਪੜ੍ਹਨ ਜਾ ਰਿਹਾ ਹਾਂ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ। ਕਵੀ ਕਹਿ ਰਹੇ ਨੇ ਅਰਸ਼ਾਂ, ਅਰਸ਼ਾਂ ਮੀਨੇ ਸਵਰਗ, ਭਾਵ ਸਵਰਗ ਦੇ ਵਿੱਚ ਇਹਨਾਂ ਨੂੰ ਕੁਦਰਤ ਦੀ ਦੇਵੀ ਨਜ਼ਰ ਆਈ। ਕੁਦਰਤ ਦੀ ਦੇਵੀ ਇੱਕ ਕਾਲਪਨਿਕ ਕਨਸੈਪਟ ਹੈ, ਇੱਕ ਕਲਪਨਾ ਹੈ ਕਵੀ ਦੀ। ਤੁਸੀਂ ਤਸਵੀਰ ਵੇਖ ਸਕਦੇ ਹੋ। ਇਸ ਤਰ੍ਹਾਂ ਦੀ ਆਪਾਂ ਵੀ ਇਮੈਜੀਨੇਸ਼ਨ ਕਰਕੇ ਵੇਖ ਸਕਦੇ ਹਾਂ ਕਿ ਜੇ ਕੁਦਰਤ ਦੀ ਦੇਵੀ ਹੁੰਦੀ ਤਾਂ ਇਸ ਤਰ੍ਹਾਂ ਦੀ ਹੁੰਦੀ। ਸੋ ਇਸ ਤਰ੍ਹਾਂ ਦੀ ਕੁਦਰਤ ਦੇਵੀ ਉਹਨੂੰ ਉੱਪਰ ਅਸਮਾਨ ਦੇ ਵਿੱਚ ਅਰਸ਼ਾਂ ਦੇ ਵਿੱਚ ਨਜ਼ਰ ਆਈ। ਹੁਸਨ ਮੰਡਲ ਵਿੱਚ ਖਲੀ ਖੇਡਦੀ ਖੁਸ਼ੀਆਂ ਸ਼ਹਿਬਰ ਲਾਈ। ਸ਼ਹਿਬਰ, ਸ਼ਹਿਬਰ ਦਾ ਅਰਥ ਹੁੰਦਾ ਹੈ ਬਾਰਿਸ਼। ਸੋ ਇੱਥੇ ਕਵੀ ਕਹਿ ਰਹੇ ਨੇ ਕਿ ਉਹ ਕੁਦਰਤ ਦੀ ਦੇਵੀ ਹੁਸਨ ਮੰਡਲ ਵਿੱਚ ਭਾਵ ਆਕਾਸ਼ ਜਿਹੜਾ ਬੜਾ ਸੋਹਣਾ ਲੱਗ ਰਿਹਾ ਸੀ ਉੱਥੇ ਖੇਡ ਰਹੀ ਸੀ ਅਤੇ ਉਹ ਖੁਸ਼ੀਆਂ ਦੀ ਬਾਰਿਸ਼ ਕਰ ਰਹੀ ਸੀ ਧਰਤੀ ਦੇ ਉੱਤੇ। ਫਿਰ ਉਹਨੇ ਕੀ ਕੀਤਾ? ਦੌੜੀ ਨੇ ਇੱਕ ਮੁੱਠ ਭਰ ਲਿੱਤੀ। ਉਸ ਵਿੱਚ ਕੀ ਕੀ ਆਇਆ? ਕਹਿੰਦੇ ਨੇ ਕਿ ਉਹਨੇ ਦੌੜ ਲਾਈ ਇੱਕਦਮ, ਅਤੇ ਜਿਵੇਂ ਨਿੱਕੇ ਬੱਚੇ ਖੇਡਦੇ ਨੇ ਅਤੇ ਕਈ ਵਾਰੀ ਹੱਥਾਂ ਦੇ ਵਿੱਚ ਮੁੱਠ ਦੇ ਵਿੱਚ ਕੁਝ ਭਰ ਲੈਂਦੇ ਨੇ, ਇਸੇ ਤਰ੍ਹਾਂ ਕੁਦਰਤ ਦੀ ਦੇਵੀ ਨੇ ਵੀ ਦੌੜ ਲਾਈ ਅਤੇ ਆਪਣੀ ਮੁੱਠ ਦੇ ਵਿੱਚ ਕਈ ਚੀਜ਼ਾਂ ਭਰ ਲਈਆਂ। ਹੁਣ ਕਵੀ ਇੱਥੇ ਦੱਸਣਾ ਚਾਹੁੰਦਾ ਹੈ ਉਸ ਦੇ ਵਿੱਚ ਕੀ ਕੀ ਆਇਆ, ਭਾਵ ਉਹਨੇ ਦੌੜ ਕੇ ਆਪਣੀ ਮੁੱਠ ਵਿੱਚ ਕੀ ਕੀ ਭਰ ਲਿਆ। ਉਸ ਵਿੱਚ ਪਰਬਤ, ਟਿੱਬੇ ਅਤੇ ਕਰੇਵੇਂ ਵਿੱਚ ਮੈਦਾਨ ਸੁਹਾਇਆ। ਹੁਣ ਪਰਬਤ 'ਤੇ ਤੁਸੀਂ ਸਾਰੇ ਜਾਣਦੇ ਹੋ, ਮੈਦਾਨ ਵੇਖ ਸਕਦੇ ਹੋ। ਇਹ ਕਸ਼ਮੀਰ ਦੀ ਹੋਈ ਤਸਵੀਰ ਹੈ, ਕਿੱਡੀ ਸੋਹਣੀ ਲੱਗ ਰਹੀ ਹੈ। ਪਰਬਤ, ਟਿੱਬੇ, ਟਿੱਬੇ ਬੇਟਾ ਜਿਹੜੇ ਪਹਾੜ ਹੁੰਦੇ ਆ ਬਹੁਤ ਜ਼ਿਆਦਾ ਉੱਚੇ ਨਹੀਂ ਹੁੰਦੇ, ਘੱਟ ਉੱਚੇ ਹੁੰਦੇ, ਥੋੜ੍ਹੇ ਉੱਚੇ ਹੁੰਦੇ ਨੇ। ਅਤੇ ਕਰੇਵੇਂ, ਕਰੇਵੇਂ ਹੁੰਦੇ ਜਿਹੜੇ ਟਿੱਬਿਆਂ ਦੇ ਉੱਤੇ ਪੱਧਰੀ ਥਾਂ ਹੋਵੇ। ਤੁਸੀਂ ਨੀਚੇ ਕਰੇਵੇਂ ਦੀ ਤਸਵੀਰ ਦੇਖੋ, ਉਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਪਹਾੜ ਫਲੈਟ ਹੋ ਗਏ ਨੇ। ਇਹ ਕੋਨੀਕਲ ਨਹੀਂ ਹੈ, ਤਿੱਖੇ ਨਹੀਂ ਹੈ। ਸੋ ਟਿੱਬੇ ਜਿਹੜੇ ਹੁੰਦੇ ਨੇ ਬਹੁਤ ਉੱਚੇ ਪਹਾੜ ਨਹੀਂ, ਇਹ ਜਦੋਂ ਪੱਧਰੇ ਹੁੰਦੇ ਨੇ ਅਤੇ ਇਹਨਾਂ ਨੂੰ ਕਰੇਵੇਂ ਕਿਹਾ ਜਾਂਦਾ ਆ। ਕਈ ਇਲਾਕਿਆਂ ਦੇ ਵਿੱਚ ਪੱਥਰਾਂ ਨੂੰ ਵੀ ਕਰੇਵੇਂ ਕਿਹਾ ਦਿੱਤਾ ਜਾਂਦਾ ਆ। ਸੋ ਅੱਗੇ ਮੈਦਾਨ, ਮੈਦਾਨ ਤੁਸੀਂ ਵੇਖ ਸਕਦੇ ਹੋ, ਪਹਾੜੀ ਇਲਾਕੇ ਦੇ ਵਿੱਚ ਕਈ ਮੈਦਾਨ ਵੀ ਹੁੰਦੇ ਨੇ। ਸੋ ਅੱਗੇ ਗੱਲ ਕੀਤੀ ਹੈ ਹੋਰ ਕੀ ਕੀ ਆਇਆ ਜਿਹੜੀ ਕੁਦਰਤ ਦੀ ਦੇਵੀ ਨੇ ਮੁੱਠ ਭਰੀ। ਚਸ਼ਮੇ, ਜਿਹਨੂੰ ਅੰਗਰੇਜ਼ੀ ਦੇ ਵਿੱਚ ਤੁਸੀਂ ਸਪਰਿੰਗ ਕਹਿੰਦੇ ਹੋ, ਨਾਲੇ,
ਨਦੀਆਂ, ਝੀਲਾਂ, ਨਿੱਕੇ ਜਿਵੇਂ ਸਮੁੰਦਰ। ਹੁਣ ਚਸ਼ਮੇ ਦੀ ਤੁਸੀਂ ਤਸਵੀਰ ਵੇਖ ਸਕਦੇ ਹੋ। ਚਸ਼ਮੇ ਬੇਟਾ ਪਹਾੜਾਂ ਦੇ ਵਿੱਚੋਂ ਪਾਣੀ ਆਪਣੇ ਆਪ ਹੀ ਫੁੱਟ ਪੈਂਦਾ ਹੈ ਜ਼ਮੀਨ 'ਚੋਂ, ਉਸ ਨੂੰ ਚਸ਼ਮੇ ਜਾਂ ਸਪਰਿੰਗ ਕਹਿੰਦੇ ਨੇ। ਕਈ ਮੁਲਕਾਂ ਦੇ ਵਿੱਚ ਇਹ ਜਿਹੜੇ ਚਸ਼ਮੇ ਹੁੰਦੇ ਨੇ ਇਹ ਗਰਮ ਪਾਣੀ ਦੇ ਹੁੰਦੇ ਨੇ, ਉੱਥੇ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਗੀਜ਼ਰ ਕਿਹਾ ਜਾਂਦਾ ਹੈ। ਘਰਾਂ ਦੇ ਵਿੱਚ ਗਰਮ ਪਾਣੀ ਕਰਨ ਲਈ ਗੀਜ਼ਰ ਲੱਗੇ ਹੁੰਦੇ ਨਾ, ਉਹ ਗੀਜ਼ਰ ਜਿਹੜਾ ਵਾ ਉਹ ਲਫ਼ਜ਼ ਇਸੇ ਤੋਂ ਹੀ ਬਣਿਆ ਆ, ਪਰ ਇਹ ਠੰਡੇ ਪਾਣੀ ਦੇ ਚਸ਼ਮੇ ਨੇ, ਸੋ ਇਹਨੂੰ ਸਪਰਿੰਗ ਕਹਿੰਦੇ ਨੇ ਅੰਗਰੇਜ਼ੀ ਵਿੱਚ, ਅਤੇ ਉਸ ਤਰ੍ਹਾਂ ਚਸ਼ਮੇ। ਨਾਲੇ, ਨਾਲੇ ਬੇਟਾ ਬਰਸਾਤੀ ਨਦੀਆਂ ਹੁੰਦੀਆਂ ਨੇ, ਜਦੋਂ ਬਾਰਿਸ਼ ਆਉਂਦੀ ਆ ਅਤੇ ਇਹ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ, ਜਦੋਂ ਬਾਰਿਸ਼ ਨਹੀਂ ਹੁੰਦੀ ਤਾਂ ਇਹ ਸੁੱਕੇ ਰਹਿੰਦੇ ਨੇ। ਨਦੀਆਂ, ਨਦੀਆਂ ਜਿਨ੍ਹਾਂ 'ਚ ਪੱਕਾ ਪਾਣੀ ਵਗਦਾ ਰਹਿੰਦਾ ਹੈ। ਝੀਲਾਂ, ਝੀਲਾਂ ਬੇਟਾ ਤੁਸੀਂ ਚੰਡੀਗੜ੍ਹ ਗਏ ਹੋ, ਕਸ਼ਮੀਰ ਗਏ ਹੋ, ਉੱਥੇ ਤੁਸੀਂ ਸੁਖਨਾ ਝੀਲ ਵੇਖੀ ਹੈ, ਡਲ ਝੀਲ ਵੇਖੀ ਹੈ, ਉਹ ਇਸ ਤਰ੍ਹਾਂ ਪ੍ਰਤੀਤ ਹੁੰਦੇ ਨੇ ਜਿਵੇਂ ਨਿੱਕੇ ਸਮੁੰਦਰ ਹੋਣ। ਅੱਗੇ ਕਵੀ ਨੇ ਕਿਹਾ ਕਿ ਠੰਡੀਆਂ ਛਾਵਾਂ, ਮਿੱਠੀਆਂ ਹਵਾਵਾਂ, ਬਣ ਬਾਗਾਂ ਜੈ ਸੁੰਦਰ। ਕਹਿੰਦੇ ਇਸੇ ਤਰ੍ਹਾਂ ਉਹਦੀ ਮੁੱਠ ਦੇ ਵਿੱਚ ਠੰਡੀਆਂ ਛਾਵਾਂ ਆਈਆਂ, ਮਿੱਠੀਆਂ ਹਵਾਵਾਂ ਆਈਆਂ, ਬਨ ਮੈਨੇ ਜੰਗਲ, ਬਨ ਬਾਗਾਂ ਜੈ ਸੁੰਦਰ, ਅਤੇ ਬਾਗ ਇਸ ਤਰ੍ਹਾਂ ਦੇ ਉਹਨੇ ਆਪਣੀ ਮੁੱਠੀ 'ਚ ਭਰੇ ਜਿਵੇਂ ਬਹੁਤ ਹੀ ਸੁੰਦਰ ਹੋਣ, ਸੁੰਦਰ ਬਨ ਹੋਣ। ਭਾਵ ਉਹਨੇ ਆਪਣੀ ਮੁੱਠੀ ਦੇ ਵਿੱਚ ਜੰਗਲ ਭਰੇ ਜਿਹੜੇ ਬਾਗਾਂ ਵਰਗੇ ਸੁੰਦਰ ਸਨ। ਬਰਫਾਂ, ਮੀਂਹ, ਧੁੱਪਾਂ ਤੇ ਬੱਦਲ, ਫਿਰ ਉਹਨੇ ਆਪਣੀ ਮੁੱਠ ਦੇ ਵਿੱਚ ਬਰਫ਼ ਜਿਹੜੀ ਪਹਾੜਾਂ 'ਚ ਪੈਂਦੀ ਹੈ, ਬਰਫ਼ ਭਰੀ, ਮੀਂਹ ਭਰੇ, ਧੁੱਪਾਂ ਦੇ ਬੱਦਲ, ਧੁੱਪ ਵੀ ਭਰੀ ਅਤੇ ਬੱਦਲ ਵੀ ਭਰੇ, ਅਤੇ ਰੁੱਤਾਂ ਮੇਵੇ ਪਿਆਰੇ। ਰੁੱਤਾਂ ਮੇਵੇ ਪਿਆਰੇ ਦਾ ਬੇਟੇ ਇੱਥੇ ਕੀ ਅਰਥ ਹੈ? ਰੁੱਤਾਂ ਮੇਵੇ ਹੁੰਦੇ ਜਿਹੜੇ ਅਸੀਂ ਅਲੱਗ-ਅਲੱਗ ਸੀਜ਼ਨ ਦੇ ਵਿੱਚ ਫਰੂਟ ਖਾਂਦੇ ਹਾਂ, ਜਿਵੇਂ ਅੰਬ ਗਰਮੀਆਂ 'ਚ ਹੁੰਦਾ ਆ, ਸੇਬ ਸਰਦੀਆਂ 'ਚ ਹੁੰਦਾ ਆ, ਔਰ ਹੋਰ ਕਈ ਇਸ ਤਰ੍ਹਾਂ ਦੇ ਫਰੂਟ ਨੇ ਜਿਹੜੇ ਗਰਮੀ, ਸਰਦੀ, ਬਸੰਤ ਰੁੱਤ ਵਿੱਚ ਹੁੰਦੇ ਨੇ। ਇਹ ਸਾਰੇ ਰੁੱਤਾਂ ਦੇ ਮੇਵੇ ਉਹਨੇ ਆਪਣੀ ਮੁੱਠੀ ਵਿੱਚ ਭਰੇ। ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ। ਇਹਦੇ ਨਾਲ ਨਾਲ ਉਸਨੇ ਅਰਸ਼ੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਵਰਗ, ਉਹਨੇ ਸਵਰਗਾਂ ਦੇ ਨਜ਼ਾਰੇ ਵੀ ਆਪਣੀ ਉਸ ਮੁੱਠ ਦੇ ਵਿੱਚ ਕੈਦ ਕਰ ਲਏ। ਅੱਗੇ ਅੱਗੇ ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ। ਹੁਣ ਤੁਸੀਂ ਉੱਪਰ ਤਸਵੀਰ ਦੇਖੋਗੇ, ਜਿਹੜੀ ਇਮੈਜੀਨੇਸ਼ਨ ਹੈ ਕਿ ਕੁਦਰਤ ਦੀ ਦੇਵੀ ਹੈ, ਔਰ ਉਹਨੇ ਆਪਣੇ ਹੱਥਾਂ ਦੇ ਵਿੱਚ ਇਹ ਸਾਰੇ ਨਜ਼ਾਰੇ ਜਿਹੜੇ ਆ ਉਹ ਫੜੇ ਹੋਏ ਆ, ਔਰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਜ਼ਮੀਨ ਦੇ ਥੱਲੇ ਕੁਦਰਤ ਦੀ ਦੇਵੀ ਇਹ ਸਾਰੇ ਨਜ਼ਾਰੇ ਧਰਤੀ 'ਤੇ ਸੁੱਟਣ ਲੱਗੀ ਆ। ਔਰ ਇਹੀ ਕਵੀ ਨੇ ਕਿਹਾ ਆ ਕਿ ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ ਮੈਨੇ ਵੇਖ ਕੇ। ਸੋ ਕੁਦਰਤ ਦੀ ਦੇਵੀ ਜਿਹੜੀ ਬੜੀ ਸੋਹਣੀ ਲੱਗ ਰਹੀ ਸੀ, ਉਹ ਅਸਮਾਨ ਵਿੱਚ ਖੜੋ ਕੇ ਮੈਨੇ ਖਲੋ ਗਈ ਅਤੇ ਧਰਤੀ ਵੱਲ ਤੱਕਣ ਲੱਗ ਪਈ। ਇਹ ਮੁੱਠੀ ਖੋਲ੍ਹੀ ਅਤੇ ਸੁੱਟਿਆ ਸਭ ਕੁਝ ਹੇਠ ਤਕਾ ਕੇ। ਫਿਰ ਉਹਨੇ ਥੱਲੇ ਤੱਕ ਕੇ, ਭਾਵ ਵੇਖ ਕੇ, ਜਿਹੜਾ ਜੋ ਕੁਝ ਆਪਣੀ ਮੁੱਠੀ ਵਿੱਚ ਭਰਿਆ ਸੀ, ਹੱਥਾਂ 'ਚ ਭਰਿਆ ਸੀ, ਉਹ ਥੱਲੇ ਧਰਤੀ ਉੱਤੇ ਸੁੱਟ ਦਿੱਤਾ। ਜਿਸ ਥਾਵੇਂ ਧਰਤੀ 'ਤੇ ਆ ਕੇ ਇਹ ਮੁੱਠ ਡਿੱਗੀ ਸਾਰੀ। ਅੱਗੇ ਕਵੀ ਕਹਿੰਦੇ ਨੇ ਕਿ ਜਿਹੜੀ ਥਾਂ 'ਤੇ, ਇਸ ਧਰਤੀ 'ਤੇ ਉਹਨਾਂ ਦੇ ਮੁੱਠ ਵਿੱਚ ਜੋ ਕੁਝ ਭਰਿਆ ਸੀ, ਇਹ ਸਾਰਾ ਕੁਝ ਆ ਕੇ ਡਿੱਗਿਆ। ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜਗ ਤੋਂ ਨਿਆਰੀ। ਉਸ ਥਾਂ 'ਤੇ ਜਿੱਥੇ ਕੁਦਰਤ ਦੀ ਦੇਵੀ ਨੇ ਸਾਰੇ ਨਜ਼ਾਰੇ ਸੁੱਟੇ, ਉਸ ਜਗ੍ਹਾ 'ਤੇ ਕੀ ਬਣ ਗਿਆ? ਕਸ਼ਮੀਰ, ਅਤੇ ਟੁਕੜੀ ਜਗ ਤੋਂ ਨਿਆਰੀ। ਅਤੇ ਇਹ ਧਰਤੀ ਦੀ ਟੁਕੜੀ ਸਾਰੀ ਦੁਨੀਆ ਤੋਂ ਨਿਆਰੀ ਬਣ ਗਈ, ਭਾਵ ਇਹ ਇੱਕ ਤਰ੍ਹਾਂ ਦਾ ਸਵਰਗ ਬਣ ਗਿਆ। ਇਸੇ ਲਈ ਜਿਹੜਾ ਕਸ਼ਮੀਰ ਹੈ ਬੇਟਾ, ਉਹਨੂੰ ਧਰਤੀ 'ਤੇ ਸਵਰਗ ਕਿਹਾ ਗਿਆ ਹੈ। ਹੋਰ ਵੀ ਬੜੇ ਕਵੀਆਂ ਨੇ, ਦੂਜੀਆਂ ਭਾਸ਼ਾਵਾਂ ਦੇ ਕਵੀਆਂ ਨੇ ਲਿਖਿਆ ਹੈ। ਹਿੰਦੀ ਦੇ ਵਿੱਚ ਵੀ ਲਿਖਿਆ ਕਿ ਧਰਤੀ ਪਰ ਅਗਰ ਸਵਰਗ ਹੈ ਤਾਂ ਯਹੀ ਹੈ, ਯਹੀ ਹੈ, ਯਹੀ ਹੈ। ਭਾਵ ਕਸ਼ਮੀਰ ਨੂੰ ਧਰਤੀ 'ਤੇ ਸਵਰਗ ਕਿਹਾ ਗਿਆ ਹੈ। ਔਰ ਭਾਈ ਵੀਰ ਸਿੰਘ ਨੇ ਬੜੀ ਵਧੀਆ ਢੰਗ ਦੇ ਨਾਲ ਇਸ ਕਵਿਤਾ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਬਿਆਨ ਕੀਤੀ ਆ ਕਿ ਕੁਦਰਤ ਦੀ ਦੇਵੀ ਨੇ ਇਹ ਸਾਰੇ ਨਜ਼ਾਰੇ ਆਪਣੇ ਹੱਥ ਵਿੱਚ ਭਰ ਕੇ ਇੱਥੇ ਸੁੱਟੇ ਆ, ਔਰ ਕਸ਼ਮੀਰ ਦੀ ਧਰਤੀ ਨੂੰ ਇਹ ਬਖਸ਼ਿਸ਼ ਮਿਲੀ ਆ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਵਿਤਾ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਸੋ ਥੈਂਕ ਯੂ ਸੋ ਮਚ। ਗੋਡ ਬਲੈਸ ਯੂ ਆਲ।